हरी कटकी मकई दानेदार। पंजाब एग्रो ने है बनाया ये अचार, सेहतमंद सस्ता ते वधिया अचार। ये पशुओं दे दुध दी वधांदा मिकदार। एग्रो अचार, एग्रो अचार अंतरराष्ट्रीय मापदंडां अनुसार तैयार किया गया। वधेरे जानकारी ਲਈ 9871 55 200 98 782 15 200। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ। ਪੰਜਾਬ ਐਗਰੋ ਦਾ 5 ਰਿਵਰ। ਪੰਜਾਬ ਐਗਰੋ ਦਾ ਹਫ਼ਤਾਵਾਰੀ ਪ੍ਰੋਗਰਾਮ 5 ਦਿਨਾਂ ਲੈ ਕੇ ਮੈਂ ਬਾਲਮਕੰਦ ਸ਼ਰਮਾ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਕਿਸਾਨ ਦੋਸਤੋ, ਜਦੋਂ ਅਸੀਂ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹਾਂ ਤਾਂ ਪੰਜਾਬ ਦੇ ਇਹ ਵੀ ਇੱਕ ਸਿਹਰਾ ਵੱਜਦਾ ਜਾਂ ਕਹਿ ਲਓ ਕਿ ਲਾਂਭਾ ਆਉਂਦਾ ਕਿ ਦੇਸ਼ ਭਰ ਦੇ ਵਿੱਚ ਜਿਹੜੀ ਪਰ ਕੈਪੀਟਾ ਖਾਦ ਦੀ ਕੰਜ਼ੰਪਸ਼ਨ ਆ ਉਹ ਪੰਜਾਬ 'ਚ ਆ। ਯਾਨੀ ਆਮ ਜਿਹੜੀ ਕੰਟਰੀ ਦੀ ਐਵਰੇਜ ਆ ਉਹ ਤੋਂ 2-2.5 ਗੁਣਾ ਵੱਧ ਅਸੀਂ ਰਸਾਇਣਿਕ ਖਾਦਾਂ ਵਰਤਦੇ ਹਾਂ। ਅਤੇ ਅਸੀਂ ਰਸਾਇਣਿਕ ਖਾਦਾਂ ਵਰਤ ਕੇ ਆਪਣੀ ਜਿਹੜੀ ਮਿੱਟੀ ਦੀ ਸਿਹਤ ਆ ਉਹ ਵੀ ਖਰਾਬ ਕੀਤੀ। ਔਰ ਜਿਹੜੀ ਅੱਜ ਕੱਲ੍ਹ ਦੇ ਯੁੱਗ ਵਿੱਚ ਲੋੜੀਂਦੀ ਜੈਵਿਕ ਫਾਰਮਿੰਗ, ਜਿਹਨੂੰ ਆਪਾਂ ਆਰਗੈਨਿਕ ਖੇਤੀ ਕਹਿੰਦੇ ਆ, ਉਹਦੇ ਵਿੱਚ ਵੀ ਰਸਾਇਣਿਕ ਖਾਦਾਂ ਜਾਂ ਰਸਾਇਣ ਜਿਹੜੇ ਖੇਤੀ ਐਗਰੋਕੈਮੀਕਲ ਆ ਉਹਦੀ ਵਾਸਤੇ ਸਾਇੰਟਿਸਟ ਕਹਿੰਦੇ ਆ ਉਹਦੀ ਜਾਂ ਤਾਂ ਮਨਾਹੀ ਆ ਜਾਂ ਬਹੁਤ ਲਿਮਿਟਿਡ ਵਰਤੋਂ ਜਿਹੜੀ ਆ ਅਲਾਉਡ ਕਰਦੇ ਆ। ਇਸ ਕਰਕੇ ਅਸੀਂ ਜਿਹੜਾ ਵਿਸ਼ਾ ਤੁਹਾਡੇ ਮੂਹਰੇ ਅੱਜ ਪਰੋਸ ਰਹੇ ਹਾਂ ਉਹ ਆ ਜੈਵਿਕ ਖੇਤੀ ਵਿੱਚ ਹਰੀਆਂ ਖਾਦਾਂ ਦੀ ਮਹੱਤਤਾ। ਜੀ ਹਾਂ, ਇਹ ਰਸਾਇਣਿਕ ਖਾਦਾਂ ਨੂੰ ਘਟਾ ਕੇ ਜਾਂ ਬੰਦ ਕਰਕੇ ਹਰੀਆਂ ਖਾਦਾਂ ਦੀ ਵਰਤੋਂ ਕਿਵੇਂ ਕਰਨੀ ਆ, ਵਿਸ਼ਾ ਬਹੁਤ ਅਹਿਮ ਆ। ਅਤੇ ਸੱਦਾ ਦਿੱਤਾ ਅਸੀਂ ਜੋ ਫਸਲ ਵਿਗਿਆਨ ਵਿਭਾਗ ਹੈ PGU ਦਾ, ਉੱਥੋਂ ਡਾਕਟਰ ਅਮਨਦੀਪ ਸਿੰਘ ਸਿੱਧੂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਅਤੇ ਸਵਾਗਤ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ। ਅਤੇ ਸਾਥ ਦੇਣ ਲਈ ਅਸੀਂ ਜੋ ਭੂਮੀ ਵਿਗਿਆਨ ਵਿਭਾਗ ਤੋਂ ਸਹਾਇਕ ਪ੍ਰੋਫੈਸਰ ਨੇ ਜਲੰਧਰ KVK ਤੈਨਾਤ ਨੇ, ਮੇਰੀ ਮੁਰਾਦ ਹੈ ਡਾਕਟਰ ਰੁਪਿੰਦਰ ਸਿੰਘ ਸੰਧੂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਵਾਗਤ ਡਾਕਟਰ ਸਾਹਿਬ ਤੁਹਾਡਾ ਦੋਵਾਂ ਦਾ ਬਹੁਤ ਬਹੁਤ। ਅਤੇ ਗੱਲਬਾਤ ਸ਼ੁਰੂ ਡਾਕਟਰ ਸਿੱਧੂ ਤੁਹਾਤੋਂ ਕਰ ਰਹੇ ਹਾਂ ਕਿ ਅਜੋਕੀ ਖੇਤੀ ਵਿੱਚ ਦੱਸੋ ਕਿ ਹਰੀਆਂ ਖਾਦਾਂ ਦੀ ਮਹੱਤਤਾ ਕੀ ਆ। ਬਿਲਕੁਲ ਸ਼ਰਮਾ ਜੀ, ਬਹੁਤ ਰੈਲੇਵੈਂਟ ਕੁਐਸਚਨ ਆ ਤੁਹਾਡਾ। ਅੱਜ ਕੱਲ੍ਹ ਜਿਹੜੀ ਪੰਜਾਬ 'ਚ ਖੇਤੀ ਹੋ ਰਹੀ ਹੈ, ਜਿਹੜੇ ਜ਼ਿਮੀਂਦਾਰ ਨੇ ਉਹ 2 ਜਾਂ 3 ਫਸਲਾਂ ਸਾਲ ਵਿੱਚ ਲੈਂਦੇ ਆ, ਯਾਨੀ ਕਿ ਫਸਲੀ ਘਣਤਾ ਬਹੁਤ ਜ਼ਿਆਦਾ। ਅਤੇ ਉਹ ਇਹਨਾਂ ਫਸਲਾਂ ਦੀਆਂ ਜਿਹੜੀਆਂ ਕਿਸਮਾਂ ਨੇ ਵੱਧ ਝਾੜ ਦੇਣ ਵਾਲੀਆਂ, ਉਹਨਾਂ ਦੀ ਖੁਰਾਕੀ ਤੱਤਾਂ ਦੀ ਪੂਰਤੀ ਲਈ ਬਹੁਤ ਜ਼ਿਆਦਾ ਰਸਾਇਣਿਕ ਖਾਦਾਂ ਦਾ ਇਸਤੇਮਾਲ ਕਰ ਰਹੇ ਆ, ਜਿਨ੍ਹਾਂ ਵਿੱਚ ਯੂਰੀਆ, ਮਿਊਰੇਟ ਆਫ ਪੋਟਾਸ਼ ਅਤੇ ਸਿੰਗਲ ਸੁਪਰ ਫਾਸਫੇਟ ਅਤੇ ਡਾਇਆ ਆਦਿ ਸ਼ਾਮਲ ਨੇ। ਜਦੋਂ ਆਪਾਂ ਇੱਕ ਹੀ ਤਰ੍ਹਾਂ ਦੀ ਖਾਦਾਂ ਦੀ ਲਗਾਤਾਰ ਵਰਤੋਂ ਕਰਦੇ ਰਹਿੰਦੇ ਹਾਂ ਆਪਣੀ ਜ਼ਮੀਨ ਦੇ ਵਿੱਚ, ਤਾਂ ਜਿਹੜੇ ਛੋਟੇ ਤੱਤ ਨੇ ਜਾਂ ਦਰਮਿਆਨੇ ਤੱਤ ਨੇ, ਜਿਵੇਂ ਲੋਹਾ ਹੋ ਗਿਆ, ਜ਼ਿੰਕ ਹੋ ਗਿਆ, ਤਾਂਬਾ, ਉਹਨਾਂ ਦੀ ਘਾਟ ਆਉਣੀ ਸ਼ੁਰੂ ਹੋ ਜਾਂਦੀ ਹੈ ਫਸਲਾਂ ਦੇ ਵਿੱਚ। ਅਤੇ ਜਿਹੜਾ ਅਨੁਪਾਤ ਆ ਵੱਡੇ ਤੱਤਾਂ ਦੇ ਛੋਟੇ ਤੱਤਾਂ ਦਾ, ਉਹ ਵਿਗੜ ਜਾਂਦਾ। ਇਸ ਕਰਕੇ ਜ਼ਿਮੀਂਦਾਰਾਂ ਨੂੰ ਅਸੀਂ ਕਹਿੰਦੇ ਹਾਂ ਜਾਂ ਅਸੀਂ ਜ਼ੋਰ ਦਿੰਦੇ ਹਾਂ ਵੀ ਰਸਾਇਣਿਕ ਖਾਦਾਂ ਦੇ ਨਾਲ ਨਾਲ ਜਿਹੜੀਆਂ ਜੈਵਿਕ ਖਾਦਾਂ ਨੇ ਉਹਨਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ। ਪਰ ਜੇ ਜੈਵਿਕ ਖਾਦਾਂ ਦੀ ਗੱਲ ਕਰੀਏ, ਉਹਦੇ ਜਿਹੜੀ ਸਾਡੇ ਕੋਲ ਆਪਸ਼ਨ ਆ ਜਾਂਦੀ ਆ, ਉਹ ਆ ਜਾਂਦੀ ਆ ਰੂੜੀ ਦੀ ਖਾਦ ਦੀ ਜਾਂ ਕੰਪੋਸਟ ਦੀ। ਪਰ ਸ਼ਰਮਾ ਜੀ, ਇੱਥੇ ਇੱਕ ਇਹ ਗੱਲ ਧਿਆਨ ਦੇਣ ਵਾਲੀ ਆ ਵੀ ਜਿਹੜੀਆਂ ਰੂੜੀ ਦੀ ਖਾਦ ਆ, ਇਹਦੀ ਉਪਲਬਧਤਾ ਇੰਨੀ ਨਹੀਂ ਹੈਗੀ ਵੀ ਉਹ ਸਾਰੀ ਜ਼ਮੀਨ ਉੱਤੇ ਵਰਤੀ ਜਾ ਸਕੇ, ਲੋੜ ਪੂਰੀ ਕਰ ਸਕੇ, ਕਿਉਂਕਿ ਡੰਗਰ ਵੀ ਹੁਣ ਕਿਸਾਨਾਂ ਨੇ ਘੱਟ ਰੱਖਣੇ ਸ਼ੁਰੂ ਕਰਤੇ ਆ। ਇਸ ਲਈ ਜਿਹੜੀ ਹਰੀ ਖਾਦ ਆ, ਜਿਹੜਾ ਕਿ ਇੱਕ ਬਹੁਤ ਸੌਖਾ ਅਤੇ ਸਸਤਾ ਟਿਕਾਊ ਹੱਲ ਆ, ਉਹਦੇ ਵੱਲ ਆਪਾਂ ਨੂੰ ਜ਼ੋਰ ਦੇਣ ਦੀ ਲੋੜ ਆ। ਇਹਦੇ ਨਾਲ ਜ਼ਮੀਨ ਦੀ ਸਿਹਤ ਵੀ ਬਣੀ ਰਹਿੰਦੀ ਹੈ ਅਤੇ ਹਰ ਜ਼ਿਮੀਂਦਾਰ ਇਹਨੂੰ ਆਪਣੇ ਖੇਤ 'ਚ ਉਗਾ ਵੀ ਸਕਦਾ, ਜ਼ਮੀਨ ਦੀ ਸਿਹਤ ਵੀ ਇੰਪਰੂਵ ਕਰ ਸਕਦਾ। ਇਸ ਕਰਕੇ ਪਿਛਲੇ 2 ਦਹਾਕਿਆਂ ਤੋਂ ਹਰੀ ਖਾਦ ਦੀ ਜਿਹੜੀ ਵਰਤੋਂ ਕਾਫੀ ਘੱਟ ਗਈ ਆ। ਪਰ ਹੁਣ ਸਾਨੂੰ PGU ਨੇ ਵੀ ਹੰਭਲਾ ਮਾਰਿਆ ਅਤੇ ਸਾਨੂੰ ਲੋਕਾਂ ਨੂੰ, ਕਿਸਾਨਾਂ ਨੂੰ ਜਾਗਰੂਕ ਕਰਕੇ ਜਿਹੜੀ ਹਰੀ ਖਾਦ ਆ ਉਹਨੂੰ ਦੁਬਾਰਾ ਬੀਜਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਆ। ਬਹੁਤ ਵਧੀਆ ਲਫ਼ਜ਼ਾਂ ਡਾਕਟਰ ਸਿੱਧੂ ਨੇ ਬਿਆਨ ਕੀਤਾ। ਅਤੇ ਡਾਕਟਰ ਸੰਧੂ, ਜਦੋਂ ਆਪਾਂ ਹਰੀਆਂ ਖਾਦਾਂ ਦੀ ਗੱਲ ਕਰਦੇ ਹਾਂ, ਸਾਡੇ ਕਿਸਾਨ ਵੀਰ, ਸਾਡੇ ਆਮ ਲੋਕ ਵੀ ਇਹ ਜਾਣਨਾ ਚਾਹਣਗੇ ਕਿ ਗ੍ਰੀਨ ਮੈਨੂਰਿੰਗ ਇੰਗਲਿਸ਼ ਕਹਿੰਦੇ ਆ, ਪੰਜਾਬੀ 'ਚ ਹਰੀਆਂ ਖਾਦਾਂ ਕਹਿੰਦੇ ਆ। ਅਤੇ ਜੇ ਆਪਾਂ ਇਹਨੂੰ ਪਰਿਭਾਸ਼ਿਤ ਕਰਨਾ ਹੋਵੇ, ਹਰੀ ਖਾਦਾਂ ਹੁੰਦੀਆਂ ਕੀ ਆ, ਇਹ ਪਰਿਭਾਸ਼ਾ ਦਿਓ ਸਾਨੂੰ। ਹਾਂਜੀ ਸ਼ਰਮਾ ਜੀ, ਜਿਵੇਂ ਕਿ ਇਹਦਾ ਨਾਮ ਹੀ ਦੱਸਦਾ ਹੈ ਹਰੀ ਖਾਦ। ਹਰੀ ਖਾਦ ਤੋਂ ਭਾਵ ਆ ਵੀ ਕਿਸੇ ਵੀ ਫਸਲ, ਖਾਸ ਕਰਕੇ ਜੇ ਕੋਈ ਦਾਲ ਜਾਂ ਫਲੀਦਾਰ ਫਸਲ ਆ, ਉਸ ਨੂੰ ਫੁੱਲਾਂ ਉੱਤੇ ਆਉਣ 'ਤੇ ਜਦੋਂ ਜ਼ਮੀਨ ਵਿੱਚ ਦਬਾਇਆ ਜਾਂਦਾ ਹੈ ਤਾਂ ਉਹਨੂੰ ਆਪਾਂ ਹਰੀ ਖਾਦ ਕਹਿੰਦੇ ਹਾਂ। ਇਹਦਾ ਜਿਹੜਾ ਮੁੱਖ ਉਦੇਸ਼ ਆ ਉਹ ਮਿੱਟੀ ਦੀ ਸਿਹਤ ਨੂੰ, ਮਿੱਟੀ ਦੀ ਬਣਤਰ ਨੂੰ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣਾ ਹੁੰਦਾ ਹੈ। ਯਾਨੀ ਹਰੀ ਖਾਦ ਜਿਹੜੀ ਆ ਉਹ ਤੁਹਾਡੀ ਮਿੱਟੀ ਦੀ ਸਿਹਤ ਨੂੰ ਬਿਹਤਰ ਕਰਦੀ ਆ ਅਤੇ ਤੁਹਾਡੀ ਜਿਹੜੀ ਆ ਰਸਾਇਣਿਕ ਖਾਦਾਂ ਦੀ ਖਪਤ ਨੂੰ ਘਟਾਉਂਦੀ ਆ। ਅਤੇ ਡਾਕਟਰ ਸਿੱਧੂ, ਮੈਂ ਦੁਬਾਰਾ ਤੁਹਾਡੇ ਕੋਲ ਆ ਰਿਹਾ ਕਿ ਜੇ ਆਪਾਂ ਹਰੀ ਖਾਦ ਦੀ ਫਸਲ ਬੀਜਣੀ ਆ ਤਾਂ ਚੋਣ ਕਿਵੇਂ ਕਰੀਏ ਵੀ ਕਿਹੜੀ ਆਪਾਂ ਫਸਲ ਬੀਜਣੀ ਆ? ਬਿਲਕੁਲ ਸ਼ਰਮਾ ਜੀ, ਬੜਾ ਵਧੀਆ ਸਵਾਲ ਆ ਤੁਹਾਡਾ। ਜਦੋਂ ਆਪਾਂ ਹਰੀ ਖਾਦ ਲਈ ਕੋਈ ਫਸਲ ਬੀਜਣੀ ਆ, ਉਹਨੂੰ ਸਿਲੈਕਟ ਕਰਨ ਦਾ, ਚੁਣਨ ਦੇ ਲਈ ਸਾਨੂੰ ਕੁਝ ਗੱਲਾਂ ਦਾ ਖਿਆਲ ਰੱਖਣਾ ਪੈਂਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਉਹ ਫਸਲ ਹੈ ਜਿਹੜੀ ਉਹ ਫਲੀਦਾਰ ਫਸਲ ਹੋਣੀ ਚਾਹੀਦੀ ਆ, ਜਿਵੇਂ ਸਣ ਹੋ ਗਈ, ਰਵਾਂ ਹੋ ਗਈ, ਮੂੰਗੀ ਹੋ ਗਈ ਜਾਂ ਢੈਂਚਾ ਹੋ ਗਿਆ। ਫਲੀਦਾਰ ਫਸਲ, ਕਿਉਂਕਿ ਜਿਹੜੀਆਂ ਫਲੀਦਾਰ ਫਸਲਾਂ, ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਨੇ, ਉਹਨਾਂ ਦੇ ਛੋਟੀਆਂ-ਛੋਟੀਆਂ ਗੰਢਾਂ ਹੁੰਦੀਆਂ ਜਿਹੜੀਆਂ ਹਵਾ 'ਚੋਂ ਨਾਈਟ੍ਰੋਜਨ ਲੈ ਕੇ ਅਤੇ ਜ਼ਮੀਨ 'ਚ ਜਮ੍ਹਾਂ ਕਰਦੀਆਂ। ਪਹਿਲੀ ਸ਼ਰਤ ਇਹ ਹੋ ਗਈ। ਦੂਜਾ ਗੱਲ ਜੀ, ਜਿਹੜੀ ਹਰੀ ਖਾਦ ਦੀ ਫਸਲ ਉਹ ਛੇਤੀ ਵਧਣ ਵਾਲੀ ਅਤੇ ਉਹਦਾ
ਛੇਤੀ ਜੈਵਿਕ ਮਾਦਾ ਪੈਦਾ ਕਰਨ ਵਾਲੀ ਜਿਹੜਾ ਉਹਦਾ ਹਰਾ ਮਾਦਾ ਗ੍ਰੀਨ ਮੈਟਰ ਜ਼ਿਆਦਾ ਹੋਣਾ ਚਾਹੀਦਾ, ਕਿਉਂਕਿ ਜੇ ਬਹੁਤ ਹੌਲੀ ਉੱਗੂਗੀ ਤਾਂ ਇਹਨੂੰ ਬੀਜਣ ਦਾ ਜਿਹੜਾ ਸਾਡਾ ਮੋਟਿਵ ਆ ਉਹੀ ਖਤਮ ਹੋ ਜਾਂਦਾ। ਤੀਜਾ ਜੀ, ਇਹਦੀਆਂ ਜੜ੍ਹਾਂ ਇਸ ਫਸਲ ਦੀਆਂ ਡੂੰਘੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਇਹ ਡੂੰਘੀ ਜਗ੍ਹਾ ਤੋਂ ਜਿਹੜੇ ਤੱਤ ਲੈ ਕੇ ਉਪਲੀ ਸਤ੍ਹਾ ਦੇ ਵਿੱਚ ਲੈ ਕੇ ਆਵੇ। ਤੇ ਚੌਥਾ ਜਿਹੜਾ ਸਭ ਤੋਂ ਇੰਪੋਰਟੈਂਟ ਆ ਵੀ ਥੋੜ੍ਹੀ ਜਿਹੀ ਸਖਤ ਹੋਣੀ ਚਾਹੀਦੀ ਹੈ ਫਸਲ, ਪਾਣੀ ਦੀ ਮੰਗ ਘੱਟ ਹੋਣੀ ਚਾਹੀਦੀ, ਕੀੜੇ ਮਕੌੜਿਆਂ ਦਾ ਹਮਲਾ ਘੱਟ ਹੋਣਾ ਚਾਹੀਦਾ, ਕਿਉਂਕਿ ਜੇ ਹਰੀ ਖਾਦ ਤੇ ਕੀੜੇ ਮਕੌੜੇ ਆ ਗਏ ਜਾਂ ਇਹਨੂੰ ਖਾਦ ਪਾਉਣ ਦੀ ਲੋੜ ਪੈ ਗਈ ਤਾਂ ਆਪਾਂ ਇੰਨਾ ਖਰਚਾ ਹਰੀ ਖਾਦ ਤੇ ਨਹੀਂ ਕਰ ਸਕਦੇ। ਥੋੜ੍ਹੀ ਜਿਹੀ ਸਖਤ ਫਸਲ ਹੋਣੀ ਚਾਹੀਦੀ ਆ ਤੇ ਇਹ ਚੀਜ਼ਾਂ ਦਾ ਸਾਨੂੰ ਸ਼ਰਮਾ ਜੀ ਧਿਆਨ ਰੱਖਣ ਦੀ ਲੋੜ ਆ। ਡਾਕਟਰ ਸੰਧੂ ਜਿਹੜੀਆਂ ਗੱਲਾਂ ਕੀਤੀਆਂ ਡਾਕਟਰ ਸਿੱਧੂ ਨੇ ਕਿ ਇਹਨਾਂ ਨੇ ਗਰਾਈਆਂ ਆਹ ਫਸਲਾਂ ਹੋ ਸਕਦੀਆਂ, ਤਾਂ ਫਸਲਾਂ ਦੀ ਦੁਬਾਰਾ ਦੋਹਰ ਲਾਓ, ਕਿਹੜੀਆਂ ਫਸਲਾਂ ਤੇ ਕਿਸਮਾਂ ਕਿਹੜੀਆਂ ਅਸੀਂ ਰਿਕਮੈਂਡ ਕਰਦੇ ਹਾਂ? ਹਾਂਜੀ, ਜਿਵੇਂ ਕਿ ਸ਼ਰਮਾ ਜੀ ਡਾਕਟਰ ਸਿੱਧੂ ਨੇ ਦੱਸਿਆ ਵੀ ਪੰਜਾਬ ਦੇ ਵਿੱਚ ਮੁੱਖ ਤੌਰ ਤੇ 4 ਫਸਲਾਂ ਦੀ ਆ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਜਾਂਦੀ ਹੈ, ਜਿਹਦੇ ਵਿੱਚ ਸਣ, ਢੈਂਚਾ, ਰਵਾਂ ਤੇ ਗਰਮ ਰੁੱਤ ਦੀ ਮੂੰਗੀ ਆਉਂਦੀ ਹੈ। ਜੇ ਇਹਨਾਂ ਦੀ ਕਿਸਮਾਂ ਦੀ ਗੱਲ ਕਰੀਏ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਜਿਹੜੀ ਸਣ ਆ ਉਹਦੀ PAU 1691, ਇਸ ਤੋਂ ਬਾਅਦ ਜਿਹੜੀ ਢੈਂਚਾ ਹੈ ਉਹਦੀ ਪੰਜਾਬ ਢੈਂਚਾ ਨੰਬਰ 1 ਤੇ ਰਵਾਂ ਦੀ ਕਿਸਮ CL 367 ਅਤੇ ਗਰਮ ਰੁੱਤ ਦੀਆਂ 4 ਕਿਸਮਾਂ ਜਿਹਦੇ ਵਿੱਚ SML 1827, SML 668 ਤੇ TMB 37 ਇਹਨਾਂ ਦੀ ਜਿਹੜੀ ਮੁੱਖ ਤੌਰ ਤੇ ਸਿਫਾਰਿਸ਼ ਕੀਤੀ ਜਾਂਦੀ ਹੈ। ਯਾਨੀ ਆਪਾਂ ਡਾਕਟਰ ਸਾਹਿਬ ਸਿਫਾਰਿਸ਼ਾਂ ਕਰਤੀਆਂ, ਹੁਣ ਸਵਾਲ ਪੈਦਾ ਹੁੰਦਾ, ਕਿਸਾਨ ਜਾਣਨਾ ਚਾਹਣਗੇ ਵੀ ਜਿਹੜੀਆਂ ਇਹ ਫਸਲਾਂ ਵਾਂ ਜਿੱਥੋਂ ਹਰੀ ਖਾਦ ਬਣਾਉਣੀ ਆ ਉਹਦੀ ਕਾਸ਼ਤ ਦੇ ਢੰਗ ਤਰੀਕੇ ਕੀ ਆ? ਬਿਲਕੁਲ ਸ਼ਰਮਾ ਜੀ, ਇਹ ਬਹੁਤ ਜ਼ਰੂਰੀ ਹੈ ਵੀ ਇਹਨਾਂ ਦੀ ਕਾਸ਼ਤ ਕਿੱਦਾਂ ਕਰਨੀ ਹੈ ਤੇ ਇਹਦਾ ਬੀਜ ਉਤਪਾਦਨ ਕਿੱਦਾਂ ਕਰਨਾ। ਮੈਂ ਫਸਲ ਵਾਈਜ਼ ਦੱਸੂਗਾ। ਸਭ ਤੋਂ ਪਹਿਲਾਂ ਸਣ ਦੀ ਫਸਲ ਆ। ਸਣ ਦੀ ਫਸਲ ਨੂੰ ਆਪਾਂ ਹਰੀ ਖਾਦ ਲਈ ਅਪ੍ਰੈਲ ਤੋਂ ਜੁਲਾਈ ਤੱਕ ਕਿਸੇ ਟਾਈਮ ਵੀ ਬੀਜ ਸਕਦੇ ਹਾਂ, ਪਰ ਜੇ ਆਪਾਂ ਇਹਦਾ ਬੀਜ ਉਤਪਾਦਨ ਕਰਨਾ ਫਿਰ ਆਪਾਂ ਨੂੰ ਜੂਨ ਦੇ ਮਹੀਨੇ 'ਚ ਇਹਨੂੰ ਬੀਜਣਾ ਪੈਣਾ। ਤੇ ਹਰੀ ਖਾਦ ਲਈ ਇਹਦਾ 20 ਕਿਲੋ ਬੀਜ ਪ੍ਰਤੀ ਏਕੜ ਤੇ ਜੇ ਬੀਜ ਉਤਪਾਦਨ ਲਈ 10 ਕਿਲੋ ਬੀਜ ਪ੍ਰਤੀ ਏਕੜ ਉਹ ਵਰਤਣਾ ਚਾਹੀਦਾ ਗਾ। ਤੇ ਉਸ ਤੋਂ ਬਾਅਦ ਜਦੋਂ ਇਹਦੀ ਬਿਜਾਈ ਦੀ ਗੱਲ ਕਰਦੇ ਹਾਂ, ਜੇ ਆਪਾਂ ਇਹਨੂੰ ਹਰੀ ਖਾਦ ਲਈ ਬੀਜਣਾ ਤਾਂ ਆਪਾਂ ਇਹਦਾ ਛੱਟਾ ਵੀ ਦੇ ਸਕਦੇ ਹਾਂ ਜਾਂ ਆਪਾਂ 22.5 ਸੈਂਟੀਮੀਟਰ ਦੇ ਸਿਆੜਾਂ 'ਚ ਇਹਨੂੰ ਬੀਜ ਸਕਦੇ ਹਾਂ। ਪਰ ਜੇ ਆਪਾਂ ਇਹਨੂੰ ਬੀਜ ਲਈ ਬੀਜਣਾ ਤਾਂ ਫਿਰ ਆਪਾਂ ਇਹਨੂੰ 1.5 ਫੁੱਟ ਤੇ ਯਾਨੀ 45 ਸੈਂਟੀਮੀਟਰ ਸਿਆੜਾਂ ਤੇ ਬੀਜਣਾ ਚਾਹੀਦਾ। ਤੇ ਉਸ ਤੋਂ ਬਾਅਦ ਇਹਨੂੰ ਜੇ ਆਪਾਂ ਗੱਲ ਕਰੀਏ ਇਹਨੂੰ 100 ਕਿਲੋ ਜਿਹੜੀ ਸਿੰਗਲ ਸੁਪਰ ਫਾਸਫੇਟ ਆ ਬਿਜਾਈ ਵੇਲੇ ਪਾ ਦੇਣੀ ਚਾਹੀਦੀ ਹੈ ਤਾਂ ਜੋ ਜੜ੍ਹਾਂ ਇਹਦੀਆਂ ਵਧੀਆ ਡਿਵੈਲਪ ਹੋ ਸਕਣ। ਤੇ ਉਸ ਤੋਂ ਬਾਅਦ ਇੱਕ ਜ਼ਰੂਰੀ ਗੱਲ ਆਉਂਦਾ ਗਾ ਵੀ ਪਾਣੀ ਦਾ ਪਾਣੀ ਪ੍ਰਬੰਧ। ਤੇ ਇਸ ਫਸਲ ਨੂੰ 3 ਤੋਂ 4 ਪਾਣੀ ਲੱਗਦੇ ਆ ਤੇ ਪਾਣੀ ਦੀ ਘਾਟ ਇਸ ਫਸਲ ਨੂੰ ਖਾਸ ਕਰ ਜਦੋਂ ਫੁੱਲਾਂ ਤੇ ਹੋਵੇ ਤੇ ਜਦੋਂ ਬੀਜ ਬਣਦਾ ਹੋਵੇ ਤੇ ਉਦੋਂ ਇਹਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ। ਬੀਜ ਪ੍ਰਬੰਧਨ ਤਾਂ ਜ਼ਰੂਰੀ ਹੈ ਕਿਉਂਕਿ ਪੰਜਾਬ ਵਿੱਚ ਜਿਹੜਾ ਹਰੀ ਖਾਦ ਦੀਆਂ ਫਸਲਾਂ ਦਾ ਬੀਜ ਦੀ ਬੜੀ ਕਿੱਲਤ ਆਉਂਦੀ ਆ ਤੇ ਕਿਸਾਨਾਂ ਨੂੰ ਆਪਣੇ ਲੈਵਲ ਤੇ ਜ਼ਰੂਰ ਇਹਦਾ ਬੀਜ ਤਿਆਰ ਕਰਨਾ ਚਾਹੀਦਾ। ਉਸ ਤੋਂ ਬਾਅਦ ਢੈਂਚੇ ਤੇ ਆ ਜਾਂਦੇ ਆ। ਇਸ ਫਸਲ ਦਾ ਵੀ ਆਪਾਂ ਹਰੀ ਖਾਦ ਲਈ 8 ਤੋਂ 10 ਕਿਲੋ ਬੀਜ ਤੇ ਬੀਜ ਉਤਪਾਦਨ ਲਈ 20 ਕਿਲੋ ਬੀਜ ਪ੍ਰਤੀ ਏਕੜ ਵਰਤ ਸਕਦੇ ਹਾਂ ਤੇ ਇਹਨੂੰ ਵੀ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਕਿਸੇ ਟਾਈਮ ਹਰੀ ਖਾਦ ਲਈ ਬੀਜ ਸਕਦੇ ਹਾਂ। ਢੈਂਚੇ ਦੀ ਫਸਲ ਨੂੰ ਬੀਜਣ ਵੇਲੇ ਜਦੋਂ ਇਹਨੂੰ ਡਰਿਲ ਕਰਦੇ ਹਾਂ ਤਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਆ ਉਹ ਪਾ ਦੇਣਾ ਚਾਹੀਦਾ। ਇਹਦੇ 'ਚ ਵੀ ਇੱਕੋ ਗੱਲ ਦਾ ਖਿਆਲ ਰੱਖਣਾ ਵੀ ਜਦੋਂ ਇਹ ਫਸਲ ਫੁੱਲ ਪੈਣ ਤੇ ਹੋਵੇ ਜਾਂ ਜਦੋਂ ਇਹਦਾ ਬੀਜ ਬਣਦਾ ਹੋਵੇ ਪਾਣੀ ਦੀ ਘਾਟ ਨਹੀਂ ਆਉਣ ਦੇਣੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗਰਮੀ ਰੋਧੀ ਮੂੰਗੀ ਦੀ। ਗਰਮੀ ਰੋਧੀ ਮੂੰਗੀ ਹੈ ਜਿਹੜੀ ਉਹਨੂੰ ਆਪਾਂ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਬੀਜ ਸਕਦੇ ਹਾਂ। ਉਹਦਾ ਵੀ ਜਿਹੜਾ ਬੀਜ ਆ ਉਹ SML 668 ਲਈ 20 ਤੋਂ 25 ਕਿੱਲੇ ਤੇ ਦੂਜੀਆਂ ਕਿਸਮਾਂ ਲਈ 12 ਕਿਲੋ ਬੀਜ ਆਪਾਂ ਵਰਤ ਸਕਦੇ ਹਾਂ। ਤੇ ਇਹਨੂੰ ਵੀ ਬੀਜ ਪਾਣੀ ਦਾ ਖਿਆਲ ਰੱਖਣਾ ਵੀ ਜਦੋਂ ਇਹ ਫੁੱਲ ਪੈਣ ਤੇ ਹੋਵੇ ਜਾਂ ਬੀਜ ਬਣਦਾ ਹੋਵੇ ਤਾਂ ਪਾਣੀ ਦੀ ਘਾਟ ਨਹੀਂ ਆਉਣ ਦੇਣੀ। ਤੇ ਇਹ ਸਾਰੀਆਂ ਫਸਲਾਂ ਸ਼ਰਮਾ ਜੀ 6 ਤੋਂ 8 ਹਫ਼ਤੇ ਦੀਆਂ ਜਦੋਂ ਹੋ ਜਾਣ ਤਾਂ ਇਹਨਾਂ ਨੂੰ ਜ਼ਮੀਨ ਦੇ ਵਿੱਚ ਰੋਟਾਵੇਟਰ ਜਾਂ ਡਿਸਕ ਹੈਰੋਤਾਵੀਆਂ ਦੀ ਮਦਦ ਨਾਲ ਵਾਹ ਦੇਣਾ ਚਾਹੀਦਾ ਤੇ ਤਾਂ ਜੋ ਇਹ ਝੋਨੇ ਲਈ ਅਸੀਂ ਕਹਿੰਦੇ ਆ ਵੀ ਝੋਨੇ ਦੀ ਟਰਾਂਸਪਲਾਂਟਿੰਗ ਤੋਂ 1-2 ਦਿਨ ਪਹਿਲਾਂ ਇਹਨੂੰ ਵਾਹ ਦਿਓ ਤੇ ਮੱਕੀ ਵਾਸਤੇ ਘੱਟੋ ਘੱਟ 7 ਤੋਂ 10 ਦਿਨ ਪਹਿਲਾਂ ਇਹਨੂੰ ਖੇਤ ਵਿੱਚ ਵਾਹ ਦੇਣਾ ਚਾਹੀਦਾ। ਯਾਨੀ ਵਾਹ ਕੇ ਦੁਬਾਰਾ ਮਿੱਟੀ 'ਚ ਰਲਾ ਦਿਓ। ਤੇ ਹੁਣ ਆਪਾਂ ਡਾਕਟਰ ਸੰਧੂ ਇਸ ਪੱਧਰ ਤੇ ਪਹੁੰਚ ਗਏ ਆ ਵੀ ਜਿਹੜੀ ਤੁਸੀਂ ਹਰੀ ਖਾਦ ਦੁਬਾਰਾ ਖੇਤ 'ਚ ਵਾਹਤੀ ਆ ਉਹ ਹਰੀ ਖਾਦ ਦੇ ਤੱਤ ਕਿਹੜੇ ਪਾਏ ਜਾਂਦੇ ਜਿਹਦੇ ਕਰਕੇ ਕਿਸਾਨ ਇਹਨੂੰ ਜ਼ਿਆਦਾ ਅਪਣਾਉਣ? ਹਾਂਜੀ ਸ਼ਰਮਾ ਜੀ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਹਰੀ ਖਾਦ ਦਾ ਜਿਹੜਾ ਮੁੱਖ ਉਦੇਸ਼ ਆ ਉਹ ਮਿੱਟੀ ਦੀ ਸਿਹਤ ਆ। ਤਾਂ ਮਿੱਟੀ ਦੀ ਸਿਹਤ ਦੇ ਵਾਧੇ ਲਈ ਇਹਦੇ ਜ਼ਰੂਰੀ ਆ ਵੀ ਜਦੋਂ ਆਪਾਂ ਹਰੀ ਖਾਦ ਨੂੰ ਵਾਹੁੰਦੇ ਆ ਉਤੋਂ ਆਪਾਂ ਨੂੰ ਹਰਾ ਮਾਦਾ ਮਿਲੇ। ਜੇ ਆਪਾਂ ਹਰੇ ਮਾਦੇ ਦੀ ਗੱਲ ਕਰੀਏ ਤਾਂ ਇਹਨਾਂ ਕਿਸਮਾਂ ਤੋਂ ਜਿਹੜੀਆਂ ਆਪਾਂ ਫਸਲਾਂ ਦੱਸੀਆਂ ਉਹਨਾਂ ਤੋਂ ਲਗਭਗ ਸਾਰੀਆਂ ਤੋਂ 80 ਤੋਂ 100 ਕੁਇੰਟਲ ਪ੍ਰਤੀ ਏਕੜ ਆਪਾਂ ਨੂੰ ਹਰਾ ਮਾਦਾ ਮਿਲ ਜਾਂਦਾ ਜਿਹਨੂੰ ਵਿੱਚ ਵਾਹੁਣ ਦੇ ਉੱਤੇ ਜ਼ਮੀਨ ਦੀ ਸਿਹਤ ਦੇ ਵਿੱਚ ਸੁਧਾਰ ਹੁੰਦਾ। ਜੇ ਤੱਤਾਂ ਦੀ ਗੱਲ ਕਰੀਏ ਤਾਂ ਵੱਡੇ ਤੱਤਾਂ ਦੇ ਵਿੱਚ ਆਪਣੇ ਮੁੱਖ ਤੌਰ ਤੇ 3 ਤੱਤ ਆਉਂਦੇ ਨੇ, ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼। ਜੇ ਆਪਾਂ ਨਾਈਟ੍ਰੋਜਨ ਦੀ ਗੱਲ ਕਰੀਏ ਤਾਂ ਇਹਨਾਂ ਫਸਲਾਂ ਤੋਂ ਲਗਭਗ ਆਪਾਂ ਨੂੰ 1.5 ਤੋਂ ਲੈ ਕੇ 3% ਤੱਕ ਆਪਾਂ ਨੂੰ ਜਿਹੜਾ ਨਾਈਟ੍ਰੋਜਨ ਦਾ ਵਾਧਾ ਮਿਲਦਾ ਹੈ ਜ਼ਮੀਨ ਦੇ ਵਿੱਚ। ਜੇ ਫਾਸਫੋਰਸ ਦੀ ਗੱਲ ਕਰੀਏ ਤਾਂ ਉਹ ਲਗਭਗ 0.5% ਆ ਜਿਹੜਾ ਉਹ ਫਾਸਫੋਰਸ ਹੁੰਦਾ ਇਹਨਾਂ ਫਸਲਾਂ ਦੇ ਮਾਦੇ ਦੇ ਵਿੱਚ। ਤੇ ਪੋਟਾਸ਼ ਦੀ ਜੇ ਗੱਲ ਕਰੀਏ ਤਾਂ ਉਹ ਲਗਭਗ 1 ਤੋਂ 1.5% ਆ ਜਿਹੜਾ ਉਹ ਇਹਨਾਂ ਫਸਲਾਂ ਦੇ ਵਿੱਚ ਪੋਟਾਸ਼ ਵੀ ਪਾਇਆ ਜਾਂਦਾ ਹੈ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਲਘੂ ਤੱਤਾਂ ਦੀ ਤਾਂ ਇਹ ਸਾਰੀਆਂ ਜਿੰਨੀਆਂ ਵੀ ਆਪਾਂ ਫਸਲਾਂ ਨੇ ਜਦੋਂ ਹਰੀ ਖਾਦ ਦੇ ਤੌਰ ਤੇ ਜ਼ਮੀਨ ਦੇ ਵਿੱਚ ਵਾਹੁੰਦੇ ਆ ਤਾਂ ਇਹ ਜ਼ਮੀਨ ਦੇ ਵਿੱਚ ਲਘੂ ਤੱਤਾਂ ਦੀ ਘਾਟ ਵੀ ਪੂਰਤੀ ਕਰਨ ਦੇ ਵਿੱਚ ਸਹਾਈ ਹੁੰਦੀਆਂ ਨੇ। ਬਹੁਤ ਸੋਹਣੀ ਤਰ੍ਹਾਂ ਐਕਸਪਲੇਨ ਕੀਤਾ ਡਾਕਟਰ ਸਿੱਧੂ। ਇਸੇ ਨਾਲ ਮੈਂ ਲਗਾਤਾਰਤਾ 'ਚ ਗੱਲ ਕਰਨ ਲੱਗਾ ਵੀ ਜਿਹੜੀਆਂ ਹਰੀਆਂ ਖਾਦਾਂ ਵਾ ਉਹਦੇ ਜੇ ਆਪਾਂ ਆਮ ਸੰਖੇਪ ਭਾਸ਼ਾ ਸਿੱਧੇ ਪੱਧਰੇ
ਲਾਭ ਸਮਝਾਉਂਦੇ ਹੋ ਕਿਸਾਨਾਂ ਨੂੰ ਵੀ ਆਹ ਫਾਇਦੇ ਇਹਦੇ, ਉਹ ਕੀ ਆ? ਦੇਖੋ ਜੀ, ਹਰੀ ਖਾਦ ਨੂੰ ਜਦੋਂ ਆਪਾਂ ਉਗਾ ਕੇ ਤੇ ਜ਼ਮੀਨ ਦੇ ਵਿੱਚ ਵਾਹੁੰਦੇ ਆ, ਉਹਦੇ ਜਿਹੜੇ ਮੁੱਖ ਫਾਇਦੇ ਆ, ਸਭ ਤੋਂ ਪਹਿਲਾਂ ਆਪਣੀ ਮਿੱਟੀ ਦੀ ਸਿਹਤ ਬਰਕਰਾਰ ਰਹਿੰਦੀ, ਉਹਦੀ ਗੁਣਵੱਤਾ ਬਰਕਰਾਰ ਰਹਿੰਦੀ। ਮਿੱਟੀ ਦੇ ਵਿੱਚ ਜਿਹੜਾ ਹਵਾ ਤੇ ਪਾਣੀ ਦਾ ਬੈਲੈਂਸ ਹੁੰਦਾ, ਅਨੁਪਾਤ ਹੁੰਦਾ, ਉਹ ਬਰਕਰਾਰ ਰਹਿੰਦਾ, ਜਿਹੜਾ ਕਿ ਫਸਲਾਂ ਦੀਆਂ ਜੜ੍ਹਾਂ ਦੀ ਸਹੀ ਗਰੋਥ ਲਈ ਬੜਾ ਜ਼ਰੂਰੀ ਹੁੰਦਾ। ਉਸ ਤੋਂ ਬਿਨਾਂ ਇੱਕ ਬੜਾ ਜ਼ਰੂਰੀ ਆ ਜਿਹੜੇ ਸੂਖਮ ਜੀਵ ਹੁੰਦੇ ਆ ਮਿੱਟੀ 'ਚ, ਮਾਈਕਰੋ ਆਰਗੇਨਿਜ਼ਮ ਅਸੀਂ ਇੰਗਲਿਸ਼ 'ਚ ਕਹਿੰਦੇ ਆ। ਸੂਖਮ ਜੀਵਾਂ ਦੀ ਜਿਹੜੀ ਗਿਣਤੀ ਆ ਉਹ ਵੱਧਦੀ ਆ, ਅਰਥਵਾਮ ਵੀ ਇਹਦੇ 'ਚ ਆ ਜਾਂਦੇ ਆ ਸੂਖਮ ਜੀਵ। ਤੇ ਇਹ ਜਿਹੜੀ ਇਹਨਾਂ ਦੀ ਗਿਣਤੀ ਹੈ ਵਧਣੀ ਤਾਂ ਜ਼ਰੂਰੀ ਆ ਵੀ ਇਹ ਜਿਹੜੇ ਜ਼ਮੀਨ ਦੇ ਵਿੱਚ ਤੱਤ ਹੁੰਦੇ ਜਿਹੜੇ ਉਪਲਬਧ ਮਾਤਰਾ 'ਚ ਨਹੀਂ ਹੁੰਦੇ, ਇਹ ਵੱਖ-ਵੱਖ ਰਸਾਇਣਕ ਕਿਰਿਆਵਾਂ ਕਰਕੇ ਉਹਨਾਂ ਨੂੰ ਉਪਲਬਧ ਮਾਤਰਾ 'ਚ ਲੈ ਕੇ ਆਉਂਦੇ ਆ, ਯਾਨੀ ਆਪਣੀ ਜ਼ਮੀਨ ਦਾ ਆਰਗੈਨਿਕ ਮੈਟਰ ਤੇ ਉਹਦੀ ਗੁਣਵੱਤਾ ਬਰਕਰਾਰ ਰਹਿੰਦੀ ਆ। ਤੇ ਤੀਜਾ, ਜਿਹੜੀਆਂ ਮਿੱਟੀ ਦੇ ਵਿੱਚ ਵੱਖ-ਵੱਖ ਰਸਾਇਣਕ ਕਿਰਿਆਵਾਂ ਚੱਲਦੀਆਂ ਨੇ, ਤੇ ਇਹ ਜਦੋਂ ਆਪਾਂ ਹਰੀ ਖਾਦ ਲਗਾਤਾਰ ਵਿੱਚ ਦਵਾਈ ਜਾਂਦੇ ਹਾਂ, ਉਹ ਰਸਾਇਣਕ ਕਿਰਿਆਵਾਂ ਦਾ ਅਨੁਪਾਤ ਤੇ ਉਹਨਾਂ ਦਾ ਬੈਲੈਂਸ ਬਿਲਕੁਲ ਠੀਕ ਰਹਿੰਦਾ, ਤੇ ਜਿਹੜੇ ਤੱਤਾਂ ਦੀ ਅਵੇਲੇਬਿਲਟੀ ਆ, ਉਪਲਬਧਤਾ, ਉਹ ਬਰਕਰਾਰ ਰਹਿੰਦੀ ਆ, ਤੇ ਸਾਲ ਦਰ ਸਾਲ ਜਿਹੜੀ ਮਿੱਟੀ ਦੀ ਗੁਣਵੱਤਾ ਉਹ ਵਧੀ ਜਾਂਦੀ। ਤੇ ਖਾਸ ਕਰਕੇ ਜੇ ਆਪਾਂ ਜੈਵਿਕ ਖੇਤੀ ਦੀ ਗੱਲ ਕਰੀਏ, ਜੈਵਿਕ ਖੇਤੀ ਦੇ ਵਿੱਚ ਹਰੀ ਖਾਦ ਇੱਕ ਰਾਮਬਾਣ ਆ ਜੀ, ਬ੍ਰਹਮਾਸਤਰ ਆ। ਤੇ ਹਰੀ ਖਾਦ ਦੀ ਲਗਾਤਾਰ ਵਰਤੋਂ ਕਰਾਂਗੇ ਤੇ ਜੈਵਿਕ ਖੇਤੀ 'ਚ ਆਪਣੀਆਂ ਫਸਲਾਂ ਦੀ ਪੈਦਾਵਾਰ ਵੀ ਵਧੀਆ ਰਹੂਗੀ। ਬਹੁਤ ਸੋਹਣੇ ਢੰਗ ਨਾਲ, ਬਹੁਤ ਸਰਲ, ਜਿਵੇਂ ਮੈਂ ਕਿਹਾ ਸੀਗਾ ਕਿ ਸਿੱਧੀ ਸਾਦੀ ਗੱਲ ਦੱਸੋ। ਡਾਕਟਰ ਸਿੱਧੂ ਨੇ ਬਠਿੰਡੇ ਵਾਲੀ ਗੱਲ ਕਰਤੀ, ਤੇ ਮੈਂ ਡਾਕਟਰ ਸੰਧੂ ਹੁਣ ਤੁਹਾਡੇ ਕੋਲ ਅਖੀਰ 'ਚ ਆ ਰਿਹਾ ਵੀ ਆਪਾਂ ਹਰੀਆਂ ਖਾਦਾਂ ਦੀ ਜੇ ਲਗਾਤਾਰ ਵਰਤੋਂ ਕਰਦੇ ਹਾਂ ਤਾਂ ਰਸਾਇਣਿਕ ਖਾਦਾਂ ਦੀ ਕਿੰਨੀ ਕੁ ਬਚਤ ਹੋ ਜਾਂਦੀ ਆ? ਹਾਂਜੀ ਸ਼ਰਮਾ ਜੀ, ਜਿਵੇਂ ਕਿ ਆਪਾਂ ਨੂੰ ਹਰੀਆਂ ਖਾਦਾਂ ਜਦੋਂ ਆਪਾਂ ਇਸਤੇਮਾਲ ਕਰਦੇ ਹਾਂ ਤਾਂ ਆਪਣਾ ਜਿਵੇਂ ਪੰਜਾਬ ਦਾ ਮੁੱਖ ਫਸਲੀ ਚੱਕਰ ਆ ਜਿਹੜਾ ਕਣਕ ਤੇ ਝੋਨਾ ਹੈ, ਤੇ ਜਿਹੜੀ ਹਰੀ ਖਾਦ ਆ ਉਹ ਫਿੱਟ ਵੀ ਆਪਣੇ ਕਣਕ ਵੱਢਣ ਤੋਂ ਬਾਅਦ ਤੇ ਝੋਨਾ ਲਾਉਣ ਤੋਂ ਪਹਿਲਾਂ ਬਹੁਤ ਵਧੀਆ ਤਰ੍ਹਾਂ ਫਿੱਟ ਬੈਠਦੀ ਆ। ਜਿਵੇਂ ਡਾਕਟਰ ਸਿੱਧੂ ਨੇ ਦੱਸਿਆ ਵੀ ਇਹਨਾਂ ਦਾ ਜਿਹੜਾ ਸਮਾਂ ਹੈ ਉਹ ਲਗਭਗ ਮਾਰਚ ਅਪ੍ਰੈਲ ਤੋਂ ਲੈ ਕੇ ਬੀਜ ਸਕਦੇ ਆ, ਤਾਂ ਇਹ ਉੱਥੇ ਬਹੁਤ ਵਧੀਆ ਫਿੱਟ ਹੁੰਦੀਆਂ ਨੇ। ਤੇ ਜਦੋਂ ਆਪਾਂ ਇਹਨਾਂ ਨੂੰ ਝੋਨੇ ਤੋਂ ਪਹਿਲਾਂ ਜੇ ਹਰੀ ਖਾਦ ਨੂੰ ਬੀਜਦੇ ਆ ਤੇ 1 ਜਾਂ 2 ਦਿਨ ਜਿਹੜੀ 6 ਤੋਂ 7 ਹਫ਼ਤਿਆਂ ਦੀ ਫਸਲ ਨੂੰ 1 ਜਾਂ 2 ਦਿਨ ਪਹਿਲਾਂ ਖੇਤ 'ਚ ਵਾਹੁਣ ਨਾਲ ਝੋਨੇ ਦੇ ਵਿੱਚ ਲਗਭਗ ਤੀਜਾ ਹਿੱਸਾ ਜਿਹੜਾ ਹੈ ਉਹ ਯੂਰੀਆ ਦਾ ਬਚ ਜਾਂਦਾ। ਤੇ ਦੂਸਰਾ, ਜਿਵੇਂ ਪੰਜਾਬ ਸਰਕਾਰ ਹੁਣ ਜਿਵੇਂ ਪ੍ਰਮੋਟ ਕਰ ਰਹੀ ਆ ਬਾਸਮਤੀ ਨੂੰ, ਤਾਂ ਉਸ ਦੇ ਵਿੱਚ ਜੇ ਆਪਾਂ ਹਰੀ ਖਾਦ ਕਰ ਲੈਂਦੇ ਆ ਤਾਂ ਜੇ ਬਾਸਮਤੀ ਲਾਉਣ ਤੋਂ ਪਹਿਲਾਂ ਹਰੀ ਖਾਦ ਨੂੰ ਵਿੱਚ ਦਬਾਇਆ ਜਾਵੇ ਤਾਂ ਬਾਸਮਤੀ ਨੂੰ ਜਿਹੜੀ ਆ ਯੂਰੀਆ ਬਿਲਕੁਲ ਪਾਉਣ ਦੀ ਲੋੜ ਹੀ ਨਹੀਂ ਪੈਂਦੀ, ਜਿਹੜੀ ਕਿ ਆਪਣੀ ਸਿੱਧੀ ਬਚਤ ਆ। ਯਾਨੀ ਕਿ ਜੇ ਆਪਾਂ ਡਾਕਟਰ ਸਿੱਧੂ ਅੱਜ ਦੀ ਸਾਰੀ ਗੱਲਬਾਤ ਨੂੰ ਜਿਵੇਂ ਕਹਿੰਦੇ ਕੁਝ ਸਮੁੰਦਰ ਭਰਨਾ ਹੋਵੇ, ਹਾਂਜੀ, ਵੀ ਤੁਸੀਂ ਕੀ ਸੰਦੇਸ਼ ਦਿਓਗੇ ਕਿ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਵੱਧ ਤੋਂ ਵੱਧ ਹਰੀਆਂ ਖਾਦਾਂ ਵਾਲੀਆਂ ਫਸਲਾਂ ਨੂੰ ਅਪਣਾਉਣ ਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਜਿਹੜੇ ਆ ਉਹਦਾ ਕਿੱਦਾਂ ਫਾਇਦਾ ਉਠਾਉਣ? ਇੱਕ ਵਾਰੀ ਸੰਦੇਸ਼ ਦਿਓ। ਹਾਂਜੀ, ਮੇਰਾ ਜ਼ਿਮੀਂਦਾਰ ਭਰਾਵਾਂ ਲਈ ਇਹੀ ਸੰਦੇਸ਼ ਆ ਵੀ ਉਹ ਇਕੱਲੇ ਨਿਰੇ-ਪੁਰੇ ਰਸਾਇਣਕ ਖਾਦਾਂ ਤੇ ਨਿਰਭਰ ਨਾ ਰਹਿਣ। ਹਰੀਆਂ ਖਾਦਾਂ ਤੇ ਜੈਵਿਕ ਖਾਦਾਂ ਨੂੰ ਰਸਾਇਣਕ ਖਾਦਾਂ ਦੇ ਸੁਮੇਲ ਦੇ ਨਾਲ ਜ਼ਰੂਰ ਵਰਤਣ, ਤਾਂ ਜੋ ਨਾ ਸਿਰਫ ਉਹ ਆਪਣੀਆਂ ਫਸਲਾਂ ਤੋਂ ਵੱਧ ਝਾੜ ਲੈ ਸਕਣ, ਪਰ ਆਪਣੀ ਮਿੱਟੀ, ਜ਼ਮੀਨ ਤੇ ਆਪਣੇ ਵਾਤਾਵਰਣ ਦੀ ਸਿਹਤ ਹੈ ਜਿਹੜੀ ਉਹ ਵੀ ਬਰਕਰਾਰ ਰੱਖ ਸਕਣ। ਤੇ ਨਾਲ ਦੀ ਨਾਲ ਦੂਜਾ ਸੁਨੇਹਾ ਮੇਰਾ ਇਹ ਆ ਵੀ ਇਹਨਾਂ ਜਿਹੜੀਆਂ ਹਰੀਆਂ ਖਾਦਾਂ ਦਾ ਬੀਜ ਆ ਉਹ ਵੀ ਜ਼ਿਮੀਂਦਾਰਾਂ ਨੂੰ ਆਪਣੇ ਪੱਧਰ ਤੇ ਆਪ ਤਿਆਰ ਕਰਨਾ ਚਾਹੀਦਾ। ਮਾਰਕੀਟ ਉੱਤੇ, ਦੁਕਾਨਦਾਰਾਂ ਉੱਤੇ ਛੱਡੋ। ਜੇ 1 ਕਿੱਲੇ 'ਚ ਹਰੀ ਖਾਦ ਬੀਜੀ ਆ, ਉਹਦਾ ਚੌਥਾ ਹਿੱਸਾ ਬੀਜ ਉਤਪਾਦਨ ਲਈ ਛੱਡ ਲਓ, ਆਪਣਾ ਬੀਜ ਆਪ ਪੈਦਾ ਕਰੋ। ਵਾਧੂ ਬੀਜ ਕੇ 4 ਪੈਸੇ ਵੀ ਕਮਾ ਸਕਦੇ ਹੋ, ਕਿਉਂਕਿ ਹਰੀ ਖਾਦ ਦੇ ਵਿੱਚ ਸ਼ਰਮਾ ਜੀ ਆਮ ਤੌਰ ਤੇ ਪ੍ਰੋਬਲਮ ਬੀਜ ਦੀ ਆਉਂਦੀ ਹੈ ਜੀ, ਬੀਜ ਨਹੀਂ ਮਿਲਦਾ। ਬੀਜ ਆਪਣਾ ਆਪ ਤਿਆਰ ਕਰੋ ਤੇ ਜੈਵਿਕ ਖੇਤੀ ਕਰਕੇ ਆਪਣੇ ਬੱਚਿਆਂ ਦਾ, ਆਉਣ ਵਾਲੀਆਂ ਜਨਰੇਸ਼ਨਾਂ ਦੇ, ਉਹਨਾਂ ਦੀ ਸਿਹਤ ਦਾ ਖਿਆਲ ਰੱਖੋ ਤੇ ਜਿਹੜੀ ਖੇਤੀ ਆ ਉਹਨੂੰ ਇੱਕ ਹੋਰ ਉੱਚੇ ਪੱਧਰ ਤੇ ਜਾਂ ਇੱਕ ਨਵੇਂ ਪੱਧਰ ਤੇ ਲੈ ਕੇ ਜਾਓ। ਤੇ ਡਾਕਟਰ ਸਿੱਧੂ, ਤੁਹਾਡੀ ਗੱਲ ਮੈਨੂੰ ਵਾਕਈ ਬਹੁਤ ਵਜਨਦਾਰ ਲੱਗੀ ਕਿ ਬੀਜ ਜਿਹੜੇ ਆ ਇਹਦੇ ਆਪ ਜੇ ਕਿਸਾਨ ਪੈਦਾ ਕਰੇ। ਕੁਝ ਸਾਲ ਪਹਿਲਾਂ ਦਿੱਕਤ ਬੜੀ ਵੱਡੀ ਆ ਗਈ ਸੀ, ਜੰਤਰ ਦਾ ਬੀਜ ਨਹੀਂ ਲੱਭਦਾ ਸੀ। ਕਿਸਾਨ ਨੇ ਢਾਂਚੇ ਦਾ ਬੀਜ, ਜੰਤਰ ਦਾ ਬੀਜ ਲੈਣ ਵਾਸਤੇ ਰਾਜਸਥਾਨ ਤੱਕ ਯਾਤਰਾ ਕੀਤੀ, ਉੱਥੋਂ ਤੱਕ ਬੀਜ ਲੈ ਕੇ ਆਏ। ਤੇ ਅਖੀਰ ਵਿੱਚ ਡਾਕਟਰ ਸੰਧੂ, ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸਾਨਾਂ ਨੂੰ ਹਰੀ ਖਾਦ ਵੱਧ ਤੋਂ ਅਪਣਾਉਣੀ ਚਾਹੀਦੀ ਆ ਤੇ ਜੈਵਿਕ ਖੇਤੀ ਨੂੰ ਹੋਰ ਕਾਮਯਾਬ ਕਰਨ ਲਈ ਇਹਦੀ ਵਰਤੋਂ ਕਰਨੀ ਚਾਹੀਦੀ, ਕੀ ਸੁਨੇਹਾ ਦਿਓਗੇ? ਬਿਲਕੁਲ ਸ਼ਰਮਾ ਜੀ, ਜਿਹੜੀ ਹੁਣ ਜਿਵੇਂ ਡਾਕਟਰ ਸਿੱਧੂ ਨੇ ਦੱਸਿਆ ਵੀ ਬੀਜ ਦੀ ਕਿਤੇ ਕਿੱਲਤ ਆ ਜਾਂਦੀ ਆ ਜਾਂ ਕਈ ਵੇਲੇ ਬਿਜਾਈ ਦੀ, ਜਿਵੇਂ ਆਪਣੇ ਕਣਕ ਝੋਨਾ ਮੁੱਖ ਫਸਲੀ ਚੱਕਰ ਆ, ਤਾਂ ਅਕਸਰ ਕਿਸਾਨਾਂ ਦਾ ਸਵਾਲ ਹੁੰਦਾ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਬਚਦਾ। ਤੇ ਉਹਦੇ ਲਈ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤਾ ਵੀ ਆਪਾਂ ਜਿਹੜੀ ਇਹ ਜਿਵੇਂ ਗਰਮ ਰੁੱਤ ਦੀ ਮੂੰਗੀ ਆ, ਜੇ ਉਹਨੂੰ ਹਰੀ ਖਾਦ ਲਈ ਬੀਜਣਾ ਤਾਂ ਉਹਦੀ ਆਪਾਂ ਸਿੱਧੀ ਬਿਜਾਈ ਵੀ ਕਰ ਸਕਦੇ ਹਾਂ, ਵੀ ਖੇਤ ਨੂੰ ਵਾਹੁਣ ਦੀ ਲੋੜ ਨਹੀਂ ਗੀ। ਤੁਸੀਂ ਆਪਦਾ ਕਣਕ ਵੱਢਣ ਤੋਂ ਬਾਅਦ ਖੜੇ ਕਰਚਿਆਂ ਦੇ ਵਿੱਚ ਹੈਪੀ ਸੀਡਰ ਨਾਲ ਆ ਜਿਹੜੀ ਸਿੱਧੀ ਬਿਜਾਈ ਉਹਦੀ ਜ਼ੀਰੋ ਟਿਲੇਜ ਨਾਲ ਮੂੰਗੀ ਬੀਜ ਸਕਦੇ ਹੋ, ਜਿਹਦੇ ਨਾਲ ਸਮਾਂ ਵੀ ਬਚਤ ਹੁੰਦਾ ਹੈ। ਤੇ ਉਸ ਤੋਂ ਇਲਾਵਾ ਜਿਹੜੀ ਮੂੰਗੀ ਆ, ਜਿਵੇਂ ਕਹ ਲਓ ਪੁੰਨ ਵੀ ਤੇ ਫਲੀਆਂ ਵੀ, ਆਪਾਂ ਨੂੰ ਫਲੀਆਂ ਵੀ ਮਿਲ ਜਾਣਗੀਆਂ, ਫਲੀਆਂ ਤੋੜ ਲਓ ਉਹਦੀਆਂ, ਤੇ ਉਸ ਤੋਂ ਬਾਅਦ ਜਿਹੜਾ ਹਰਾ ਟਾਂਗਰਾ ਉਹਨੂੰ ਹਰੀ ਖਾਦ ਦੇ ਤੌਰ ਤੇ ਜ਼ਮੀਨ ਦੇ ਵਿੱਚ ਵਾ ਦਿਓ। ਸੋ ਡਾਕਟਰ ਸਾਹਿਬ, ਗੱਲਾਂ ਤਾਂ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਹੈਗੀਆਂ, ਕਿਸਾਨ ਨੋਟ ਵੀ ਕਰ ਰਹੇ ਗੱਲ, ਪਰ ਸਾਡੇ ਕੋਲ ਸਮਾਂ ਜਿਹੜਾ ਉਹ ਇਜਾਜ਼ਤ ਦੇ ਰਿਹਾ। ਮੈਂ ਚਾਹੂੰਗਾ ਹੁਣ ਮੈਂ ਕਿਸਾਨਾਂ ਵੱਲੋਂ, ਪੰਜਾਬ ਐਗਰੋ ਵੱਲੋਂ, ਆਪਣੇ ਵੱਲੋਂ ਧੰਨਵਾਦ ਕਰਾਂ। ਡਾਕਟਰ ਸੰਧੂ ਜੀ ਤੁਹਾਡਾ, ਤੁਸੀਂ ਆਏ, ਸਾਨੂੰ ਬਹੁਤ ਗਿਆਨ ਵੰਡਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਸੁਣੋ ਭਰਾਵੋ ਸਿਹਤ ਵਾਲਾ
ਸਿਆਣਿਆਂ ਦੱਸੀ ਸਹੀ ਭਰੋਸੇਮੰਦ ਵੇਰਕਾ ਦੁੱਧ ਦਹੀਂ ਤੇ ਲੱਸੀ ਇਹ ਪੰਜਾਬ ਮੇਰੇ ਦੇ ਵੀਰ ਇਹਨਾਂ ਦੇ ਮਿਰਗਾਂ ਜਿਹੇ ਸ਼ਰੀਰ ਹੌਸਲੇ ਸ਼ੇਰਾਂ ਵਰਗੇ ਨੇ ਵੇਰਕਾ ਦਾ ਦੁੱਧ ਪੀਂਦੇ ਵੇਰਕਾ ਦਾ ਦੁੱਧ ਹਰੀ ਭਰੀ ਕਟਕੀ ਮਕਈ ਦਾਣੇਦਾਰ पंजाब एग्रो ने है बनाया ये अचार ਇਹ ਸਿਹਤਮੰਦ ਸਸਤਾ ਤੇ ਵਧੀਆ ਆਚਾਰ ਇਹ ਪਸ਼ੂਆਂ ਦੇ ਦੁੱਧ ਦੀ ਵਧਾਉਂਦਾ ਮਿਕਦਾਰ ਐਗਰੋ ਅਚਾਰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ। ਵਧੇਰੇ ਜਾਣਕਾਰੀ ਲਈ 9878155200 98782 15200। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ। ਅੱਜ ਅਸੀਂ ਗੱਲ ਕਰ ਰਹੇ ਹਾਂ ਹਰੀਆਂ ਖਾਦਾਂ ਦੀ ਵਰਤੋਂ ਬਾਰੇ। ਇੱਕ ਇਦਾਂ ਦੇ ਕਿਸਾਨ ਨਾਲ ਮਿਲਾਣ ਜਾ ਰਹੇ ਹਾਂ ਜਿਹੜੇ ਕਈ ਸਾਲਾਂ ਤੋਂ ਹਰੀ ਖਾਦਾਂ ਦੀਆਂ ਵਰਤੋਂ ਕਰ ਰਹੇ ਨੇ। ਜੀ ਹਾਂ, ਇਸ ਸਮੇਂ ਸਾਡੇ ਨਾਲ ਨੇ ਬਾਲ ਕ੍ਰਿਸ਼ਨ ਜੀ, ਪਿੰਡ ਭੁੱਲਣ ਤੋਂ, ਜ਼ਿਲ੍ਹਾ ਸੰਗਰੂਰ ਤੋਂ। ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕਈ ਸਾਲਾਂ ਤੋਂ ਹਰੀ ਖਾਦਾਂ ਦੀ ਵਰਤੋਂ ਕਰ ਰਹੇ ਨੇ। ਸਰ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਰ, ਪਹਿਲਾਂ ਤਾਂ ਇਹ ਦੱਸੋ ਕਿ ਹਰੀਆਂ ਖਾਦਾਂ ਦਾ ਖਿਆਲ ਕਿੱਦਾਂ ਆਇਆ ਤੇ ਕਿੱਥੋਂ ਬੀਜ ਮਿਲਿਆ, ਕਿੱਦਾਂ ਦਾ ਆਈਡੀਆ ਮਿਲਿਆ ਇਸ ਦਾ? ਸਰ, ਹਰੀਆਂ ਖਾਦਾਂ ਦਾ ਆਈਡੀਆ ਸਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਸੰਗਰੂਰ ਤੋਂ ਆਇਆ। ਜਦੋਂ ਉੱਥੇ ਸਾਲਾਨਾ ਮੇਲਾ ਲੱਗਦਾ ਸੀ, ਮੇਲੇ ਤੇ ਜਾਂਦੇ, ਉੱਥੇ ਬੋਰਡਾਂ ਤੇ ਵੀ ਲਿਖਿਆ ਹੋਇਆ ਵੀ ਹਰੀ ਖਾਦ ਬੀਜੋ, ਜ਼ਮੀਨ ਦੀ ਸਿਹਤ ਵਧਾਓ। ਤੇ ਸਰ, ਸਾਨੂੰ ਉੱਥੇ ਬੀਜ ਵੀ ਉਪਲਬਧ ਹੁੰਦਾ ਤੇ ਅਸੀਂ ਫਿਰ ਉਹਦੀ ਬਿਜਾਈ ਸ਼ੁਰੂ ਕਰਕੇ ਫਿਰ ਅਸੀਂ ਆਪਣੀ ਮਤਲਬ ਫਸਲ ਦੇ ਵਿੱਚੋਂ ਉਹਦਾ ਮਤਲਬ ਅੰਤਰ ਵੀ ਦੇਖਿਆ। ਕਿਹੜੀ ਫਸਲਾਂ ਬੀਜਦੇ ਹੋ ਤੁਸੀਂ ਤੇ ਕਿੱਥੋਂ ਬੀਜ ਲੈਂਦੇ ਹੋ? ਬੀਜ ਸਰ ਅਸੀਂ ਜ਼ਿਆਦਾਤਰ ਕਿਸਾਨ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਤੋਂ, PAU ਲੁਧਿਆਣਾ ਤੋਂ ਲੈਂਦੇ ਆ ਤੇ ਅਸੀਂ ਮਤਲਬ ਹਰ ਤਰ੍ਹਾਂ ਦੀ ਫਸਲ ਬੀਜਦੇ ਹਾਂ ਸਰ। ਜਿਵੇਂ ਮਤਲਬ ਕਣਕ ਹੋ ਗਿਆ, ਝੋਨਾ ਹੋ ਗਿਆ, ਸਰਦੀਆਂ ਦੇ ਜਿਵੇਂ ਪਿਆਜ਼ ਹੋ ਗਿਆ, ਲਸਣ ਹੋ ਗਿਆ। ਕਿੰਨੀ ਦੇਰ ਬਾਅਦ ਬੀਜ ਦਿੰਦੇ ਹੋ ਤੁਸੀਂ ਤੇ ਕਿੰਨੀ ਦੇਰ ਬਾਅਦ ਜਿਹੜੇ ਮੇਨ ਬੀਜ ਨੇ ਉਹ ਬੀਜਦੇ ਹੋ? ਜੰਤਰ ਸਰ ਅਸੀਂ ਜਿਵੇਂ ਹੁਣ ਕਣਕ ਦੀ ਵਾਢੀ ਦਾ ਕੰਮ ਸਾਡਾ ਅਪ੍ਰੈਲ ਦੇ ਵਿੱਚੋਂ ਨਿਬੜ ਜਾਂਦਾ ਹੈ। ਉਹ ਤੋਂ ਬਾਅਦ ਅਸੀਂ ਮਤਲਬ ਕਿ ਹਰੀ ਖਾਦ ਬੀਜਦੇ ਹਾਂ। ਇਹ 35 40 45 ਦਿਨਾਂ ਦੀ ਖਾਦ ਅਸੀਂ ਖੇਤ ਦੇ ਵਿੱਚ ਵਾਹ ਕੇ ਮਿੱਟੀ 'ਚ ਰਲਾ ਦਿੰਦੇ ਹਾਂ। ਉਹ ਤੋਂ ਬਾਅਦ 10 ਜੁਲਾਈ ਤੋਂ ਬਾਅਦ ਅਸੀਂ ਬਾਸਮਤੀ ਲਾਉਂਦੇ ਹਾਂ ਸਰ। ਕ੍ਰਿਸ਼ਨ ਜੀ, ਇਸ ਦੇ ਲਾਭ ਕੀ ਨੇ? ਹਰੀ ਖਾਦ ਦੇ ਲਾਭ ਦੱਸੋਗੇ? ਸਰ, ਹਰੀ ਖਾਦ ਦੇ ਕੋਈ ਲਾਭ ਅਣਗਿਣਤ ਨੇ। ਇੱਕ ਤਾਂ ਜਦੋਂ ਅਸੀਂ ਮਤਲਬ ਆਪਣੀ ਹਰੀ ਖਾਦ ਨੂੰ ਖੇਤਾਂ ਦੇ ਵਿੱਚ ਰੋਟਾਵੇਟਰ ਨਾਲ ਮਿਲਾਉਂਦੇ ਹਾਂ, ਸਾਡਾ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਹੈ ਉਹ ਬਹੁਤ ਵੱਧਦੀ ਹੈ। ਦੂਜਾ, ਗਰਮੀ ਪੈਣ ਨਾਲ ਕਈ ਵਾਰ ਅਸੀਂ ਜਦੋਂ ਹਰੀ ਖਾਦ ਬੀਜਣ ਤੋਂ ਪਹਿਲਾਂ ਦੇਖਿਆ ਵੀ ਸਾਡੇ ਖੇਤਾਂ ਦੇ ਵਿੱਚੋਂ ਝੋਨੇ ਦੇ ਬੂਟੇ ਉੱਡ ਜਾਂਦੇ ਸੀ, ਯਾਨੀ ਮਰ ਜਾਂਦੇ ਸੀ। ਜਦੋਂ ਹਰੀ ਖਾਦ ਬੀਜਦੇ ਆ ਤਾਂ ਪਾਣੀ ਠੰਡਾ ਰਹਿੰਦਾ, ਗਰਮ ਨਹੀਂ ਹੁੰਦਾ ਤੇ ਸਾਡੇ ਬੂਟੇ ਵੀ ਨਹੀਂ ਮੱਚਦੇ। ਜਾਂਦੇ ਫਿਰ ਤੁਸੀਂ ਉਹ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਹੋਰ ਫਸਲਾਂ ਲਾਉਂਦੇ ਨੇ ਤੇ ਹਰੀਆਂ ਇਹਨਾਂ ਦੀ ਵਰਤੋਂ ਨਹੀਂ ਕਰਦੇ ਹੈਗੇ? ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਮੈਂ ਤਾਂ ਸਰ ਸਾਰੇ ਕਿਸਾਨ ਵੀਰਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਆਪਣੇ ਖੇਤਾਂ ਦੇ ਵਿੱਚ ਵੱਧ ਤੋਂ ਵੱਧ ਹਰੀ ਖਾਦ ਬੀਜੋ ਤਾਂ ਨਾਈਟ੍ਰੋਜਨ ਦਾ ਖਰਚਾ ਘਟਾਓ ਤੇ ਆਪਣੀ ਆਮਦਨ ਵਧਾਓ। ਸੋ ਧੰਨਵਾਦ ਕ੍ਰਿਸ਼ਨ ਜੀ, ਤੁਸੀਂ ਸਾਡੇ ਕੋਲ ਆਏ, ਸਾਡੇ ਜਿਹੜੇ ਕਿਸਾਨ ਵੀਰਾਂ ਉਹਨਾਂ ਨੂੰ ਇੱਕ ਮੈਸੇਜ ਦਿੱਤਾ। ਸੋ ਧੰਨਵਾਦ ਜੀ ਤੁਹਾਡਾ ਲਈ। ਸੋ ਸਾਰਿਆਂ ਨੂੰ, ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਕ੍ਰਿਸ਼ਨ ਜੀ ਵੱਲੋਂ ਧੰਨਵਾਦ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ। ਸੁਣੋ ਭਰਾਵੋ ਸਿਹਤ ਵਾਸਤੇ ਗੱਲ ਸਿਆਣਿਆਂ ਦੱਸੀ ਸਹੀ ਭਰੋਸੇਮੰਦ ਵੇਰਕਾ ਦੁੱਧ ਦਹੀਂ ਤੇ ਲੱਸੀ ਇਹ ਪੰਜਾਬ ਮੇਰੇ ਦੇ ਵੀਰ ਇਹਨਾਂ ਦੇ ਮਿਰਗਾਂ ਜਿਹੇ ਸ਼ਰੀਰ ਹੌਸਲੇ ਸ਼ੇਰਾਂ ਵਰਗੇ ਨੇ ਵੇਰਕਾ ਦਾ ਦੁੱਧ ਪੀਂਦੇ ਵੇਰਕਾ ਦਾ ਦੁੱਧ। ਹਰੀ ਭਰੀ ਕਟਕੀ ਮਕਈ ਦਾਣੇਦਾਰ पंजाब एग्रो ने है बनाया ये अचार ਇਹ ਸਿਹਤਮੰਦ ਸਸਤਾ ਤੇ ਵਧੀਆ ਆਚਾਰ ਇਹ ਪਸ਼ੂਆਂ ਦੇ ਦੁੱਧ ਦੀ ਵਧਾਉਂਦਾ ਮਿਕਦਾਰ ਐਗਰੋ ਅਚਾਰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ। ਵਧੇਰੇ ਜਾਣਕਾਰੀ ਲਈ 9878155200 98782 15200। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਤਵੀਰ ਸੱਤੀ। ਤੁਸੀਂ ਵੇਖ ਰਹੇ ਹੋ ਪੰਜਾਬ ਐਗਰੋ ਦਾ ਹਫ਼ਤਾਵਾਰੀ ਪ੍ਰੋਗਰਾਮ ਪੰਜ ਦਰਿਆ ਤੇ ਹੁਣ ਪੇਸ਼ ਨੇ ਡਾਕਟਰ ਰਣਜੀਤ ਸਿੰਘ ਤਾਂਬੜ, ਸਾਬਕਾ ਮੁਖੀ ਪਸਾਰ ਸਿੱਖਿਆ ਵਿਭਾਗ, PAU ਵੱਲੋਂ ਲਿਖੀਆਂ ਗਈਆਂ ਖੇਤੀ ਗਤੀਵਿਧੀਆਂ। ਕਿਸਾਨ ਵੀਰੋ, ਗੰਨੇ ਦੀ ਬਿਜਾਈ ਵਿੱਚ ਦੇਰ ਹੋ ਰਹੀ ਹੈ। ਜੇਕਰ ਦੇਰ ਹੋ ਜਾਵੇ ਤਾਂ ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਕਰੋ। ਇਸ ਵਿੱਚ ਹੋਰ ਦੇਰ ਨਾ ਕਰੋ। ਪੰਜਾਬ ਵਿੱਚ ਕਾਸ਼ਤ ਲਈ CO 118, COPB 95, COJ 85, COJ 64 ਅਤੇ COPB 92 ਅਗੇਤੀਆਂ ਕਿਸਮਾਂ ਹਨ। ਕਿਸਾਨ ਵੀਰੋ, ਪਿਛਲੀ ਵਾਰ ਦਾਲਾਂ ਬਾਰੇ ਦੱਸਿਆ ਸੀ। ਮਾਂ ਤੇ ਮੂੰਗੀ ਦੀ ਬਿਜਾਈ ਗੰਨੇ ਵਿੱਚ ਵੀ ਕੀਤੀ ਜਾ ਸਕਦੀ ਹੈ।
ਗੰਨੇ ਦੀਆਂ 2 ਲਾਈਨਾਂ ਵਿਚਕਾਰ 1 ਲਾਈਨ ਮਾਂ ਜਾਂ ਮੂੰਗੀ ਦੀ ਬੀਜੋ। ਇਸ ਨਾਲ ਵਾਧੂ ਆਮਦਨ ਹੋ ਜਾਵੇਗੀ ਅਤੇ ਧਰਤੀ ਦੀ ਸਿਹਤ ਵਿੱਚ ਵੀ ਸੁਧਾਰ ਹੋਵੇਗਾ। ਕਿਸਾਨ ਵੀਰੋ, ਹੁਣ ਵਾਢੀ ਲਈ ਕੰਬਾਈਨਾਂ ਦੀ ਵਰਤੋਂ ਦਾ ਰੁਝਾਨ ਵੱਧ ਰਿਹਾ ਹੈ, ਜਿਸ ਨਾਲ ਨਾੜ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਹੋ ਸਕੇ ਤਾਂ ਵਾਢੀ ਹੱਥੀਂ ਕਰਵਾਈ ਜਾਵੇ। ਥ੍ਰੈਸ਼ਰ ਨਾਲ ਗਹਾਈ ਕੀਤਿਆਂ ਤੂੜੀ ਪ੍ਰਾਪਤ ਹੋ ਜਾਂਦੀ ਹੈ, ਜਿਸ ਨੂੰ ਵੇਚ ਕੇ ਵਾਢੀ ਦਾ ਖਰਚਾ ਕੱਢਿਆ ਜਾ ਸਕਦਾ ਹੈ। ਕਦੇ ਕਣਕ ਦੀ ਵਾਢੀ ਅਤੇ ਗੁਹਾਈ ਬਹੁਤ ਔਖਾ ਕੰਮ ਹੁੰਦਾ ਸੀ, ਪਰ ਥ੍ਰੈਸ਼ਰ ਬਣਨ ਨਾਲ ਗਹਾਈ ਵਰਗਾ ਔਖਾ ਕੰਮ ਵੀ ਸੌਖਾ ਹੋ ਗਿਆ ਹੈ। ਕਿਸਾਨ ਵੀਰੋ, ਥ੍ਰੈਸ਼ਰ ਉੱਤੇ ਕੰਮ ਕਰਨ ਵਾਲੇ ਵੀਰਾਂ ਦੇ ਲਈ ਕੁਝ ਜ਼ਰੂਰੀ ਹਦਾਇਤਾਂ ਉਹ ਨੋਟ ਕਰ ਲੈਣ। ਕਿਸਾਨ ਵੀਰੋ, ਥ੍ਰੈਸ਼ਰਾਂ ਤੇ ਕੰਮ ਕਰਦੇ ਸਮੇਂ ਖੁੱਲੇ ਕੱਪੜੇ ਤੇ ਘੜੀ ਨਾ ਪਾਈ ਜਾਵੇ। ਨਸ਼ਾ ਕਰਕੇ ਕਦੇ ਵੀ ਥ੍ਰੈਸ਼ਰ ਉੱਤੇ ਕੰਮ ਨਾ ਕਰੋ। ਪ੍ਰਣਾਲੀ ਦੀ ਘੱਟੋ ਘੱਟ ਲੰਬਾਈ 90 ਸੈਂਟੀਮੀਟਰ ਹੋਣੀ ਜ਼ਰੂਰੀ ਹੈ ਤੇ ਇਹ ਅੱਗੋਂ 45 ਸੈਂਟੀਮੀਟਰ ਤੱਕ ਢਕਿਆ ਹੋਵੇ। ਇਸ ਦੀ ਢਾਲ ਅੱਗਿਓਂ 5 ਡਿਗਰੀ ਕੋਣ ਦੀ ਹੋਵੇ। ਇੱਕ ਕਾਮੇ ਨੂੰ ਥ੍ਰੈਸ਼ਰ ਉੱਤੇ 10 ਘੰਟੇ ਤੋਂ ਵੱਧ ਕੰਮ ਨਹੀਂ ਕਰਨਾ ਚਾਹੀਦਾ। ਕਿਸਾਨ ਵੀਰੋ, ਥ੍ਰੈਸ਼ਰ ਉੱਤੇ ਕੰਮ ਕਰਦਿਆਂ ਗੱਲਾਂ ਨਾ ਕੀਤੀਆਂ ਜਾਣ। ਘੁੰਡੀਆਂ ਥ੍ਰੈਸ਼ਰ ਵਿੱਚ ਨਾ ਪਾਈਆਂ ਜਾਣ। ਗਿੱਲੀ ਫਸਲ ਵੀ ਨਹੀਂ ਪਾਉਣੀ ਚਾਹੀਦੀ। ਰੁੱਗ ਲਗਾਉਣ ਲੱਗਿਆਂ ਸਾਵਧਾਨ ਰਿਹਾ ਜਾਵੇ। ਬਿਜਲੀ ਦੀ ਮੋਟਰ ਵਾਲਾ ਸਵਿੱਚ ਹਮੇਸ਼ਾ ਨੇੜੇ ਰੱਖੋ ਤਾਂ ਜੋ ਹਾਦਸੇ ਸਮੇਂ ਮੋਟਰ ਨੂੰ ਬੰਦ ਕੀਤਾ ਜਾ ਸਕੇ। ਪੱਟੇ ਦੇ ਉੱਪਰੋਂ ਜਾਂ ਨੇੜੇ ਦੀ ਨਾ ਲੰਘੋ। ਮੱਲਮ ਪੱਟੀ ਦਾ ਸਮਾਨ ਵੀ ਕੋਲ ਰੱਖਿਆ ਜਾਵੇ। ਕਿਸਾਨ ਵੀਰੋ, ਜੇਕਰ ਵਾਢੀ ਕੰਬਾਈਨ ਨਾਲ ਕਰਨੀ ਹੈ ਤਾਂ ਨਾੜ ਨੂੰ ਇਕੱਠਾ ਕਰਕੇ ਤੂੜੀ ਬਣਾਈ ਜਾਵੇ। ਨਾੜ ਨੂੰ ਖੇਤ ਵਿੱਚ ਅੱਗ ਨਾ ਲਗਾਈ ਜਾਵੇ। ਅੱਗ ਨਾਲ ਕੇਵਲ ਵਾਤਾਵਰਣ ਹੀ ਪ੍ਰਦੂਸ਼ਿਤ ਨਹੀਂ ਹੁੰਦਾ, ਸਗੋਂ ਧਰਤੀ ਦੀ ਸਿਹਤ ਵੀ ਖਰਾਬ ਹੁੰਦੀ ਹੈ। ਕਿਸਾਨ ਵੀਰੋ, ਹੁਣ ਗੱਲ ਕਰਦੇ ਹਾਂ ਕਣਕ ਦੀ। ਕਣਕ ਨੂੰ ਸਮੇਂ ਸਿਰ ਕੱਟ ਲੈਣਾ ਚਾਹੀਦਾ ਹੈ। ਕੰਬਾਈਨ ਚੱਲਣ ਸਮੇਂ ਧਿਆਨ ਰੱਖੋ ਕਿ ਇਹ ਪਿੱਛੇ ਦਾਣੇ ਤਾਂ ਨਹੀਂ ਛੱਡ ਰਹੀ। ਜੇ ਕੰਬਾਈਨ ਪਿੱਛੇ ਛੱਡੇ ਸਾਰੇ ਕੱਖ ਚੁਣ ਲਏ ਜਾਣ ਤਾਂ ਦਾਣਿਆਂ ਦਾ ਨੁਕਸਾਨ ਧਰਤੀ ਉੱਪਰ ਨਜ਼ਰ ਆ ਸਕਦਾ ਹੈ। ਇਸ ਨੁਕਸਾਨ ਨੂੰ ਕਟਰ ਬਾਰ ਦੀ ਰੀਲ ਨੂੰ ਸੈੱਟ ਕਰਕੇ ਜਾਂ ਕੰਬਾਈਨ ਦੀ ਰਫ਼ਤਾਰ ਘਟਾ ਕੇ ਠੀਕ ਕੀਤਾ ਜਾ ਸਕਦਾ ਹੈ। ਕਿਸਾਨ ਵੀਰੋ, ਮਸ਼ੀਨ ਚਾਲਕ ਨੂੰ ਅਜਿਹਾ ਕਰਨ ਲਈ ਜ਼ਰੂਰ ਆਖਿਆ ਜਾਵੇ। ਦੇਰੀ ਨਾਲ ਮੌਸਮ ਦੀ ਖਰਾਬੀ ਹੋ ਸਕਦੀ ਹੈ। ਸਿੱਟੇ ਵੀ ਝੜ ਸਕਦੇ ਹਨ। ਫਸਲ ਨੂੰ ਪੂਰੀ ਤਰ੍ਹਾਂ ਪੱਕਣ ਤੋਂ 5 ਦਿਨ ਪਹਿਲਾਂ ਕੱਟਿਆ ਜਾ ਸਕਦਾ ਹੈ। ਜੇਕਰ ਕੰਬਾਈਨ ਦੀ ਵਰਤੋਂ ਕਰਨੀ ਹੈ ਤਾਂ ਆਖਰੀ ਪਾਣੀ ਦੇ ਕੇ ਖੇਤ ਦੀਆਂ ਵੱਟਾਂ ਢਾਹ ਦੇਣੀਆਂ ਚਾਹੀਦੀਆਂ ਹਨ। ਕਿਸਾਨ ਵੀਰੋ, ਮੰਡੀ ਵਿੱਚ ਕਣਕ ਨੂੰ ਸਾਫ਼ ਕਰਕੇ ਲਿਜਾਇਆ ਜਾਵੇ। ਵੱਖੋ ਵੱਖਰੀਆਂ ਕਿਸਮਾਂ ਦੇ ਦਾਣਿਆਂ ਨੂੰ ਆਪਸ ਵਿੱਚ ਰਲਣ ਨਾ ਦਿੱਤਾ ਜਾਵੇ। ਜਿਹੜੀ ਕਣਕ ਦਾ ਭੰਡਾਰ ਕਰਨਾ ਹੈ ਉਸ ਨੂੰ ਸੁਕਾ ਕੇ ਭੰਡਾਰ ਕੀਤਾ ਜਾਵੇ। ਕਣਕ ਕਿਸਾਨਾਂ ਦੀ ਆਮਦਨ ਦਾ ਮੁੱਖ ਸਰੋਤ ਹੈ। ਇਸ ਆਮਦਨ ਨੂੰ ਸੋਚ ਸਮਝ ਕੇ ਵਰਤਿਆ ਜਾਵੇ ਅਤੇ ਕੁਝ ਬਚਤ ਜਮ੍ਹਾਂ ਕਰਵਾਈ ਜਾਵੇ ਤਾਂ ਜੋ ਲੋੜ ਸਮੇਂ ਕਰਜ਼ਾ ਨਾ ਲੈਣਾ ਪਵੇ। ਜੇਕਰ ਹੋ ਸਕੇ ਤਾਂ ਕੁਝ ਰਕਬੇ ਵਿੱਚ ਦਾਲਾਂ ਦੀ ਕਾਸ਼ਤ ਜ਼ਰੂਰ ਕੀਤੀ ਜਾਵੇ। ਸੋ ਕਿਸਾਨ ਵੀਰੋ, ਇਹ ਸੀ ਇਸ ਹਫਤੇ ਦੀਆਂ ਖੇਤੀ ਗਤੀਵਿਧੀਆਂ। ਮਿਲਾਂਗੇ ਪੰਜਾਬ ਐਗਰੋ ਦੇ ਹਫਤਾਵਾਰੀ ਪ੍ਰੋਗਰਾਮ 5 ਦਰਿਆ ਦੇ ਵਿੱਚ ਅਗਲੇ ਹਫਤੇ ਕੁਝ ਹੋਰ ਜਾਣਕਾਰੀਆਂ ਦੇ ਨਾਲ ਤੇ ਇੱਕ ਵਿਸ਼ੇਸ਼ ਸੂਚਨਾ ਹੋਰ। ਜਿਨ੍ਹਾਂ ਕਿਸਾਨ ਵੀਰਾਂ ਨੇ ਅੱਜ ਤੱਕ ਪੰਜਾਬ ਐਗਰੋਜ਼ 5 ਰਿਵਰ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਵਧੇਰੇ ਜਾਣਕਾਰੀਆਂ ਮਿਲਦੀਆਂ ਰਹਿਣ। ਧੰਨਵਾਦ। ਹਰੀ ਭਰੀ ਕੱਟੇਗੀ ਮਕਈ ਦਾਣੇਦਾਰ, ਪੰਜਾਬ ਐਗਰੋ ਨੇ ਹੈ ਬਣਾਇਆ ਇਹ ਅਚਾਰ। ਇਹ ਸਿਹਤਮੰਦ ਸਸਤਾ ਤੇ ਵਧੀਆ ਅਚਾਰ। ਇਹ ਪਸ਼ੂਆਂ ਦੇ ਦੁੱਧ ਦੀ ਵਧਾਉਂਦਾ ਮਿਕਦਾਰ। ਐਗਰੋ ਅਚਾਰ, ਐਗਰੋ ਅਚਾਰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ। ਵਧੇਰੇ ਜਾਣਕਾਰੀ ਲਈ 9871 55200 98782 15200। ਉਹ ਜ਼ਹਿਰਾ ਮੁਕਤ ਤੇ ਖੇਤੀ ਵੀਰੋ ਆ ਜੋ ਰਲੇ ਬਣਾਈਏ, ਆਪਣੇ ਸੋਹਣੇ ਪੰਜਾਬ ਨੂੰ ਮੁੜ ਤੰਦਰੁਸਤ ਬਣਾਈਏ, ਮੁੜ ਤੰਦਰੁਸਤ ਬਣਾਈਏ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ।